पंजाबी जर्मन मैंटोर ते सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਜਤਿੰਦਰ ਸਿੰਘ। ਇਸ ਚੈਨਲ ਦੇ ਉੱਤੇ ਮੈਂ ਤੁਹਾਨੂੰ ਸਿਖਾਉਂਦਾ ਹਾਂ ਜਰਮਨ ਭਾਸ਼ਾ ਪੰਜਾਬੀ ਦੇ ਵਿੱਚ। ਪਿਛਲੇ ਕੁਝ ਸਮੇਂ ਤੋਂ ਮੈਂ ਕੋਈ ਵੀਡੀਓ ਅਪਲੋਡ ਨਹੀਂ ਕਰ ਪਾ ਰਿਹਾ ਸੀਗਾ ਤੇ ਉਹਦੇ ਵਾਸਤੇ ਮਾਫੀ ਚਾਹੁੰਦਾ ਦੋਸਤੋ। ਤੇ ਤੁਹਾਡੇ ਕਮੈਂਟਸ ਮੈਨੂੰ ਆ ਰਹੇ ਸੀਗੇ ਤੇ ਮੈਂ ਹੁਣ ਦੁਬਾਰਾ ਸਟਾਰਟ ਕਰ ਰਿਹਾ ਇਸ ਵੀਡੀਓ ਦੇ ਥਰੂ। ਅੱਜ ਦਾ ਸੈਸ਼ਨ ਤੁਸੀਂ ਦੇਖਿਓ। ਮੈਂ ਅੱਜ ਤੁਹਾਨੂੰ ਦੱਸਾਂਗਾ ਨੋਮੀਨੇਟਿਵ ਆਕੂਜ਼ੇਟਿਵ ਜਿਹੜੇ ਦੋ ਗ੍ਰਾਮਰ ਕੇਸਿਸ ਹੁੰਦੇ ਨੇ ਇਹਨਾਂ ਵਿੱਚ ਕੀ ਡਿਫਰੈਂਸ ਹੁੰਦਾ ਹੈ, ਕੀ फ़र्क ਹੁੰਦਾ है। ਸੈਸ਼ਨ ਥੋੜ੍ਹਾ ਜਿਹਾ ਲੈਂਦੀ ਹੋ ਸਕਦਾ ਹੈ, ਥੋੜ੍ਹਾ ਜਿਹਾ ਪੇਸ਼ੈਂਸ ਦੇ ਨਾਲ ਦੇਖਿਓ ਦੋਸਤੋ, ਕਿਉਂਕਿ ਕੋਈ ਚੀਜ਼ ਸਿੱਖਣੀ ਹੈ, ਭਾਸ਼ਾ ਸਿੱਖਣੀ ਹੈ ਤੇ ਟਾਈਮ ਦੇਣਾ ਪਏਗਾ। ਚੈਨਲ ਨੂੰ ਸਪੋਰਟ ਤੇ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਕਰ ਚੁੱਕੇ ਹੋ। ਥੈਂਕ ਯੂ ਵੈਰੀ ਮੱਚ। ਜੇ ਤੁਸੀਂ ਫਸਟ ਟਾਈਮ ਮੈਨੂੰ ਦੇਖ ਰਹੇ ਹੋ ਇਸ ਚੈਨਲ ਤੇ ਪੰਜਾਬੀ ਦੇ ਵਿੱਚ ਤੇ ਇਹਨੂੰ ਸਬਸਕ੍ਰਾਈਬ ਕਰ ਲੈਣਾ, ਨੋਟੀਫਿਕੇਸ਼ਨਸ ਔਨ ਕਰਕੇ। ਆਉਣ ਵਾਲੇ ਵੀਡੀਓਜ਼ ਤੁਹਾਨੂੰ ਮਿਲਣਗੇ ਮੇਰੀ ਵੱਲੋਂ ਟਾਈਮਲੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ ਲੋਸਕੇਟਸ। ਦੋਸਤੋ ਅੱਜ ਦਾ ਜਿਹੜਾ ਵਿਸ਼ਾ ਹੈਗਾ ਟੁਡੇਜ਼ ਟੌਪਿਕ ਜੋ ਹੋਏਗਾ Unterschied zwischen Nominativ und Akkusativ Fall। ਇਹਦਾ ਮਤਲਬ ਹੁੰਦਾ ਹੈ ਨੋਮੀਨੇਟਿਵ ਅਤੇ ਆਕੂਜ਼ੇਟਿਵ ਵਿੱਚ ਕੀ ਫ਼ਰਕ ਹੁੰਦਾ ਹੈ। ਡਿਫਰੈਂਸ ਬਿਟਵੀਨ ਨੋਮੀਨੇਟਿਵ ਐਂਡ ਆਕੂਜ਼ੇਟਿਵ ਕੇਸ। ਸਾਡੇ ਜਰਮਨ ਦੇ ਵਿੱਚ 4 ਕੇਸਿਸ ਹੁੰਦੇ ਨੇ ਜਿਹਦੇ ਉੱਤੇ ਜਰਮਨ ਭਾਸ਼ਾ ਟਿਕੀ ਹੋਈ ਹੈ। ਜਿਹੜੇ 4 ਪਿਲਰਸ ਨੇ ਤੇ ਨੋਮੀਨੇਟਿਵ, ਆਕੂਜ਼ੇਟਿਵ, ਡਾਟਿਵ ਤੇ ਗੈਨੇਟਿਵ ਹੁੰਦੇ ਨੇ। ਤੁਸੀਂ ਇੱਥੇ ਦੇਖ ਸਕਦੇ ਹੋ, ਮੈਂ ਇੱਥੇ ਲਿਖਿਆ ਵੀ ਹੈ ਫਰੈਂਡਸ। Auf Deutsch haben wir 4 verschiedene Fälle। ਜਰਮਨ ਵਿੱਚ 4 ਕੇਸ ਹੁੰਦੇ ਹਨ। ਦੇਖੋ ਸਭ ਤੋਂ ਪਹਿਲਾਂ ਹੁੰਦਾ ਜੀ ਨੋਮੀਨੇਟਿਵ, ਜਿਹਨੂੰ ਡੇਅਰ ਨੋਮੀਨੇਟਿਵ ਵੀ ਅਸੀਂ ਬੋਲਦੇ ਹਾਂ। ਸੈਕਿੰਡ ਹੁੰਦਾ ਹੈ, ਦੂਸਰਾ ਹੁੰਦਾ ਸਾਡਾ ਡੇਅਰ ਆਕੂਜ਼ੇਟਿਵ ਤੇ ਤੀਸਰਾ ਹੁੰਦਾ ਜੀ ਸਾਡਾ ਡੇਅਰ ਡਾਟਿਵ ਔਰ ਲਾਸਟ ਸਾਡਾ ਕੇਸ ਹੁੰਦਾ ਹੈ ਡੇਅਰ ਗੈਨੇਟਿਵ। ਲੇਕਿਨ ਅੱਜ ਦੇ ਵੀਡੀਓ ਵਿੱਚ ਮੈਂ ਉੱਪਰ ਦੇ 2 ਕੇਸ ਹੀ ਕਵਰ ਕਰਾਂਗਾ ਕਿਉਂਕਿ ਸਾਰੇ ਕੇਸਿਸ ਨੂੰ ਜੇ ਮੈਂ ਕਵਰ ਕਰਾਂਗਾ ਤਾਂ ਸੈਸ਼ਨ ਬਹੁਤ ਜ਼ਿਆਦਾ ਲੈਂਥੀ ਹੋ ਜਾਏਗਾ। ਅਗਲੇ ਵੀਡੀਓ ਦੇ ਵਿੱਚ ਮੈਂ ਡਾਟਿਵ ਔਰ ਗੈਨੇਟਿਵ ਦੇ ਬਾਰੇ ਤੁਹਾਨੂੰ ਦੱਸਾਂਗਾ ਤੇ ਅੱਜ ਅਸੀਂ ਕਵਰ ਕਰਾਂਗੇ ਨੋਮੀਨੇਟਿਵ ਤੇ ਆਕੂਜ਼ੇਟਿਵ ਕੇਸ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ, ਪੂਰਾ ਦੇਖਿਓ। ਨੋਮੀਨੇਟਿਵ ਕੇਸ ਕੀ ਹੁੰਦਾ ਹੈ, ਵਟ ਇਜ਼ ਨੋਮੀਨੇਟਿਵ ਕੇਸ। ਤੇ ਦੇਖੋ ਜੀ ਪਹਿਲਾ ਪੁਆਇੰਟ ਕੀ ਹੈਗਾ ਤੇ ਇੱਕ ਰਿਕੁਐਸਟ, ਇੱਕ ਬੇਨਤੀ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ ਕਿ ਕਈ ਕਮੈਂਟਸ ਮੈਨੂੰ ਪਿੱਛੇ ਆ ਰਹੇ ਸੀਗੇ ਕਿ ਜਿਹੜੀ ਸਕ੍ਰਿਪਟ ਹੈਗੀ ਉਹ ਵੀ ਮੈਂ ਪੰਜਾਬੀ ਦੇ ਵਿੱਚ ਲਿਖਾਂ। ਇਹਦੇ ਨਾਲ ਇੱਕ ਪ੍ਰੋਬਲਮ ਇਹ ਹੋ ਸਕਦੀ ਹੈ ਦੋਸਤੋ ਕਿ ਜਿਹੜੇ ਦੇ ਪੰਜਾਬੀ ਸੁਣ ਕੇ ਸਮਝ ਸਕਦੇ ਨੇ, ਹੋ ਸਕਦਾ ਕਿ ਉਹਨਾਂ ਨੂੰ ਪੰਜਾਬੀ ਦੀ ਸਕ੍ਰਿਪਟ ਪੜ੍ਹਨੀ ਨਾ ਆਏ। ਬਟ ਜੋ ਕਿ ਇਹ ਚੈਨਲ ਪੰਜਾਬੀ ਦੇ ਵਿੱਚ ਹੈਗਾ ਹੈ, ਮੈਂ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਦੱਸ ਰਿਹਾ ਤੇ ਤੁਸੀਂ ਉਹਦੇ ਥਰੂ ਵੀ ਸਮਝ ਸਕਦੇ ਹੋ। ਸਕ੍ਰਿਪਟ ਮੈਂ ਇੰਗਲਿਸ਼ ਇਸ ਕਰਕੇ ਯੂਜ਼ ਕਰਦਾ ਹਾਂ ਕਿਉਂਕਿ ਕਿਸੇ ਵੀ ਲੈਂਗੁਏਜ ਨੂੰ ਸਿੱਖਣ ਲਈ ਬੇਸਿਕ ਇੰਗਲਿਸ਼ ਤੋਂ ਹੀ ਅਸੀਂ ਕਨਵਰਟ ਕਰਦੇ ਹਾਂ, ਠੀਕ ਹੈ। ਤੇ ਜਿਹੜੇ ਪੰਜਾਬੀ ਸੁਣ ਕੇ ਸਮਝ ਸਕਦੇ ਨੇ ਤੇ ਉਹਨਾਂ ਵਾਸਤੇ ਤਾਂ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਜੇ ਮੈਂ ਸਕ੍ਰਿਪਟ ਪੰਜਾਬੀ ਦੇ ਵਿੱਚ ਲਿਖਣੀ ਸ਼ੁਰੂ ਕਰਾਂਗਾ ਤੇ ਉਹਨਾਂ ਨੂੰ ਸ਼ਾਇਦ ਪ੍ਰੋਬਲਮ ਹੋ ਸਕਦੀ ਹੈ। ਇਸ ਕਰਕੇ ਮੈਂ ਇੰਗਲਿਸ਼ ਟੂ ਜਰਮਨ ਪੜ੍ਹਾਉਣਾ, ਲੇਕਿਨ ਜਿਹੜਾ ਮੈਂ ਬੋਲ ਰਿਹਾ ਉਹ ਪੰਜਾਬੀ ਦੇ ਵਿੱਚ ਹੀ ਹੈ, ਠੀਕ ਹੈ। ਤੇ ਪਹਿਲਾ ਪੁਆਇੰਟ ਤੁਸੀਂ ਦੇਖੋ, ਦ ਨੋਮੀਨੇਟਿਵ ਇਜ਼ ਦ ਫਸਟ ਕੇਸ ਆਫ ਜਰਮਨ ਲੈਂਗੁਏਜ। ਇਹ ਪਹਿਲਾ ਪਾਰਟ ਹੁੰਦਾ ਹੈ, ਪਹਿਲਾ ਕੇਸ ਹੁੰਦਾ ਜਰਮਨ ਦਾ। ਇਟ ਇਜ਼ ਆਲਸੋ ਕਾਲਡ ਸਬਜੈਕਟਿਵ ਕੇਸ ਇਨ ਜਰਮਨ। ਇਹਨੂੰ ਸਬਜੈਕਟਿਵ ਕੇਸ ਵੀ ਬੋਲਿਆ ਜਾਂਦਾ ਹੈ। ਇਹਦਾ ਜੋ ਰੂਲ ਹੁੰਦਾ ਹੈ, ਜਦ ਅਸੀਂ ਸੈਂਟੈਂਸ ਬਣਾਉਂਦੇ ਹਾਂ, ਵਾਕਿਆ ਬਣਾਉਂਦੇ ਹਾਂ, ਤੇ ਉਹਦੇ ਵਿੱਚ ਇੱਕ ਸਬਜੈਕਟ ਲਗਾਉਣਾ ਹੁੰਦਾ ਹੈ ਤੇ ਇੱਕ ਵਰਬ ਹੁੰਦੀ ਹੈ, ਠੀਕ ਹੈ। ਦੂਸਰਾ ਪੁਆਇੰਟ ਦੇਖੋ, ਇਨ ਜਰਮਨ ਲੈਂਗੁਏਜ ਦਾ ਸਬਜੈਕਟ ਇਜ਼ ਆਲਵੇਜ਼ ਦਾ ਨੋਮੀਨੇਟਿਵ। ਜਦ ਅਸੀਂ ਸੈਂਟੈਂਸ ਬਣਾਵਾਂਗੇ, ਜੋ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ, ਤੇ ਸਬਜੈਕਟ ਹੀ ਹਮੇਸ਼ਾ ਨੋਮੀਨੇਟਿਵ ਹੁੰਦਾ ਹੈ, ਠੀਕ ਹੈ। ਸਬਜੈਕਟ ਕੀ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਹੋਏਗਾ। ਇਸ਼, ਦੂ, ਐਸ, ਵੀਅਰ, ਈਅਰ, ਜ਼ੀ ਔਰ ਜ਼ੀ, ਜੋ ਅਸੀਂ ਪਹਿਲਾਂ ਪੜ੍ਹੇ ਹੋਏ ਨੇ, ਅਸੀਂ ਜਾਣਦੇ ਹਾਂ, ਉਹ ਸਾਰੇ ਸਬਜੈਕਟ ਹੁੰਦੇ ਨੇ। ਤੀਸਰਾ ਪੁਆਇੰਟ ਦੇਖੋ, ਦ ਸਬਜੈਕਟ ਕੈਨ ਬੀ ਆਈਦਰ ਪਰਸਨ, ਵੇਅਰ ਔਰ ਥਿੰਗ, ਵਾਸ। ਤੇ ਸਬਜੈਕਟ ਕੋਈ ਪਰਸਨ, ਕੋਈ ਵਿਅਕਤੀ ਹੋ ਸਕਦਾ ਹੈ, ਕੋਈ ਚੀਜ਼ ਹੋ ਸਕਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਥਿੰਗ, ਯਾਨੀ ਵਾਸ। ਔਰ ਚੌਥਾ ਪੁਆਇੰਟ ਹੈਗਾ, ਨੋਮੀਨੇਟਿਵ ਕੇਸ ਆਲਵੇਜ਼ ਯੂਜ਼ ਨੋਮੀਨੇਟਿਵ ਵਰਬਸ। ਤੇ ਨੋਮੀਨੇਟਿਵ ਕੇਸ ਦੀ ਵਰਤੋਂ ਕਰਨ ਲਈ ਅਸੀਂ ਨੋਮੀਨੇਟਿਵ ਵਰਬਸ ਦਾ ਹੀ ਯੂਜ਼ ਕਰਦੇ ਹਾਂ। ਤੇ ਤੁਸੀਂ ਇਹ 4 ਪੁਆਇੰਟ ਨੂੰ ਦਿਮਾਗ ਦੇ ਵਿੱਚ ਬਿਠਾ ਲਓ। ਅਸੀਂ ਹੁਣ ਸਿੱਖ ਰਹੇ ਹਾਂ ਨੋਮੀਨੇਟਿਵ ਕੇਸ, ਠੀਕ ਹੈ। ਤੇ ਇਹ 4 ਪੁਆਇੰਟ ਦੇ ਅਕੋਰਡਿੰਗ ਹੀ ਸੈਂਟੈਂਸ ਬਣਦੇ ਨੇ। ਕਿਸ ਤਰ੍ਹਾਂ ਬਣਨਗੇ ਉਹ ਅਸੀਂ ਅਗਲੀ ਸਲਾਈਡ ਦੇ ਵਿੱਚ ਸਿੱਖਣ ਜਾ ਰਹੇ ਹਾਂ, ਠੀਕ ਹੈ ਦੋਸਤੋ। ਕੰਟੀਨਿਊ ਕਰਦੇ ਹਾਂ। ਦੇਖੋ ਇਹ ਹੈਗਾ ਤੁਹਾਡੇ ਸਾਹਮਣੇ ਨੋਮੀਨੇਟਿਵ ਦਾ ਟੇਬਲ, ਜਿਹੜਾ ਵੈਰੀ ਫਸਟ ਪਹਿਲਾ ਟੇਬਲ ਹੈਗਾ। ਅਸੀਂ ਜਾਣਦੇ ਕਿ ਸਾਡੇ 4 ਜੈਂਡਰਸ ਹੁੰਦੇ ਨੇ, ਮਾਸਕੂਲਿਨ, ਫੈਮਿਨਿਨ, ਨੋਇਟਰੂਮ ਤੇ ਪਲੂਰਾਲ। ਤੇ ਤੁਸੀਂ ਲੈਫਟ ਸਾਈਡ ਦੇਖੋ, ਬੈਸਟਿਮਟ ਆਰਟੀਕਲ ਜਿਹਨੂੰ ਅਸੀਂ ਡੈਫੀਨੇਟ ਆਰਟੀਕਲ ਬੋਲਦੇ ਹਾਂ, ਔਰ ਬੈਸਟਿਮਟ ਆਰਟੀਕਲ ਹੁੰਦਾ ਹੈ ਇਨਡੈਫੀਨੇਟ ਆਰਟੀਕਲ। ਜੇ ਮੈਸਕੂਲਿਨ ਦੀ ਗੱਲ ਕਰੀਏ, ਡੇਰ ਹੁੰਦਾ ਹੈ, ਫੈਮਿਨਿਨ ਡੀ ਹੁੰਦਾ ਹੈ, ਦਾਸ ਹੁੰਦਾ ਹੈ, ਨੋਇਟਰੂਮ, ਪਲੂਰਾਲ ਹੁੰਦਾ ਹੈ ਡੀ। ਉਸੇ ਤਰੀਕੇ ਨਾਲ ਇਨਡੈਫੀਨੇਟ ਆਰਟੀਕਲ ਡੇਰ ਦਾ ਆਈਨ ਹੁੰਦਾ ਹੈ, ਡੀ ਦਾ ਆਈਨ ਨ ਹੁੰਦਾ ਹੈ ਔਰ ਦਾਸ ਦਾ ਆਈਨ ਹੁੰਦਾ ਹੈ। ਲੇਕਿਨ ਪਲੂਰਾਲ ਦੇ ਅੰਦਰ ਕੋਈ ਬੈਸਟਿਮਟ ਆਰਟੀਕਲ ਨਹੀਂ ਹੁੰਦਾ, ਠੀਕ ਹੈ ਜੀ। ਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂਗਾ ਨੋਮੀਨੇਟਿਵ ਵਰਬਸ ਉਹ 4 ਕਿਹੜੀਆਂ ਨੇ, ਤਾਂ ਕਿ ਤੁਹਾਨੂੰ ਅੱਗੇ ਜਾ ਕੇ ਸੈਂਟੈਂਸ ਬੜੇ ਅੱਛੇ ਤਰੀਕੇ ਨਾਲ ਸਮਝ ਆਉਣ। ਇਹ ਜਿਹੜਾ ਟੇਬਲ ਮੈਂ ਉੱਤੇ ਲਿਖਿਆ ਹੈ ਤੁਹਾਡੀ ਰੈਫਰੈਂਸ ਵਾਸਤੇ, ਤੁਹਾਡੀ ਨੌਲੇਜ ਵਾਸਤੇ ਲਿਖਿਆ ਹੈ, ਤਾਂ ਕਿ ਸੈਂਟੈਂਸ ਬਣਾਉਣ ਵੇਲੇ ਤੁਹਾਨੂੰ ਸਮਝ ਆਏ ਮਾਸਕੂਲਿਨ, ਫੈਮਿਨਿਨ, ਨੋਇਟਰੂਮ, ਪਲੂਰਾਲ ਕੀ ਹੁੰਦੇ ਨੇ, ਠੀਕ ਹੈ ਜੀ। ਜਿਹੜੀ ਪਹਿਲੀ ਵਰਬ ਹੁੰਦੀ ਹੈ ਜ਼ਾਈਨ, ਜਿਹਨੂੰ ਅਸੀਂ ਬੋਲਦੇ ਹਾਂ ਟੂ ਬੀ, ਇਜ਼, ਐਮ, ਆਰ, ਜਿਹਨੂੰ ਅਸੀਂ ਕਹਿ ਸਕਦੇ ਹਾਂ।
ਸੈਕੰਡ ਵਰਬ ਹੋਏਗੀ, ਦੂਸਰੀ ਵਰਬ ਹੋਏਗੀ ਹਾਈਜ਼ਨ, ਟੂ ਬੀ ਕਾਲਡ, ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਬੁਲਾਇਆ ਜਾਂਦਾ ਹੈ, ਉੱਥੇ ਅਸੀਂ ਵਰਤੋਂ ਕਰਦੇ ਹਾਂ ਹਾਈਜ਼ਨ ਵਰਬ ਦੀ। ਥਰਡ ਹੁੰਦੀ ਸਾਡੀ ਵੈਡਨ, ਵੈਡਨ ਦਾ ਮਤਲਬ ਹੁੰਦਾ ਟੂ ਬਿਕਮ, ਕਿਸੇ ਚੀਜ਼ ਦਾ ਹੋਣਾ। ਔਰ ਜਿਹੜੀ ਚੌਥੀ ਵਰਬ ਹੁੰਦੀ ਹੈ ਨੋਮੀਨੇਟਿਵ ਹੁੰਦੀ ਬਲਾਈਬਨ, ਟੂ ਸਟੇ ਜਾਂ ਰਿਮੇਨ, ਕਿਸੇ ਜਗ੍ਹਾ 'ਤੇ ਰਹਿਣਾ। ਠੀਕ ਹੈ ਦੋਸਤੋ, ਤੇ ਇਹ 4 ਵਰਬਸ ਹੀ ਹੁੰਦੀਆਂ ਨੋਮੀਨੇਟਿਵ ਦੇ ਵਿੱਚ। ਔਰ ਉੱਪਰ ਜਿਹੜਾ ਹੈਗਾ ਉਹ ਟੇਬਲ ਹੈਗਾ ਨੋਮੀਨੇਟਿਵ ਦਾ। ਹੁਣ ਅਸੀਂ ਕੰਟੀਨਿਊ ਕਰਦੇ ਹਾਂ ਤੇ ਦੇਖੋ ਤੁਸੀਂ ਇਹ ਚਾਰੋਂ ਵਰਬਸ ਜਿਹੜੀ ਪਿਛਲੀ ਸਲਾਈਡ ਦੇ ਵਿੱਚ ਸੀਗੀ, ਇਹ ਉਹਨਾਂ ਦੀ ਕੌਨਜੂਗੇਸ਼ਨ ਹੈਗੀ ਹੈ ਨੋਮੀਨੇਟਿਵ ਵਰਬਸ। ਠੀਕ ਹੈ, ਮੈਂ ਇੱਥੇ ਬੋਲਾਂਗਾ ਨਹੀਂ ਕਿਉਂਕਿ ਸੈਸ਼ਨ ਲੰਬਾ ਹੁੰਦਾ ਜਾਏਗਾ। ਇਹ ਕੌਨਜੂਗੇਸ਼ਨ ਨੂੰ ਤੁਸੀਂ ਭਾਵੇਂ ਨੋਟ ਕਰ ਲਓ ਜਾਂ ਇਹਦਾ ਸਕਰੀਨਸ਼ਾਟ ਲੈ ਲਓ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ। ਇਹ ਚਾਰੋਂ ਹੀ ਵਰਬਸ ਨੇ, ਸਾਈਨ, ਹਾਈਜ਼ਨ, ਵੈਡਨ ਤੇ ਬਲਾਈਬਨ। ਤੇ ਇਸ਼ ਜੇ ਤੋਂ ਲੈ ਕੇ ਥੱਲੇ ਜੀ ਔਰ ਜੀ ਤੱਕ ਜਿਹੜੇ ਸਬਜੈਕਟ ਨੇ ਉਹਨਾਂ ਦੀ ਸਾਰੀ ਕੌਨਜੂਗੇਸ਼ਨ ਤੁਸੀਂ ਉਨ ਸਾਰੀ ਵਰਬਸ ਦੇ ਥੱਲੇ ਦੇਖ ਸਕਦੇ ਹੋ। ਦੋਸਤੋ ਹੁਣ ਕੰਟੀਨਿਊ ਕਰਦੇ ਹਾਂ। ਹੁਣ ਅਸੀਂ ਦੇਖਦੇ ਹਾਂ ਸਾਰੇ ਸੈਂਟੈਂਸਿਸ ਬਣਾ ਕੇ ਨੋਮੀਨੇਟਿਵ ਕੇਸ ਦੇ ਅੰਦਰ। ਲੈਫਟ ਵਾਲੇ ਪਾਸੇ ਤੁਹਾਡੇ ਹੈਗਾ ਪਰਸਨ, ਸਾਰੇ ਸੈਂਟੈਂਸ ਪਰਸਨ ਦੇ ਲਈ ਜਿਹਨੂੰ ਅਸੀਂ ਬੋਲਦੇ ਹਾਂ ਵੇਅਰ। ਔਰ ਰਾਈਟ ਵਾਲੇ ਪਾਸੇ ਤੁਹਾਡਾ ਹੈਗਾ ਥਿੰਗ ਯਾਨੀ ਵਾਸ, ਕੋਈ ਚੀਜ਼, ਕੋਈ ਥਿੰਗ। ਦੇਖੋ ਅਗਰ ਕਿਸੇ ਪਰਸਨ ਵਾਸਤੇ ਅਸੀਂ ਯੂਜ਼ ਕਰਾਂਗੇ ਸੈਂਟੈਂਸ ਵੇਅਰ ਇਜ਼ ਏਅਰ, ਹੂ ਇਜ਼ ਹੀ, ਤਾਂ ਉਹਦਾ ਆਨਸਰ ਬਣ ਜਾਏਗਾ ਏਅਰ ਇਜ਼ ਰਾਹੁਲ, ਹੀ ਇਜ਼ ਰਾਹੁਲ। ਮੈਂ ਇੱਥੇ ਕੋਈ ਰੈਂਡਮ ਨਾਮ ਲੈ ਲਿਆ, ਤੁਸੀਂ ਕੋਈ ਵੀ ਨਾਮ ਲੈ ਸਕਦੇ ਹੋ। ਹੁਣ ਇਸੀ ਨੋਮੀਨੇਟਿਵ ਨੂੰ ਜੇ ਤੁਸੀਂ ਕਿਸੇ ਚੀਜ਼ ਦੇ ਨਾਲ ਵਰਤੋਂ ਕਰਨਾ ਚਾਹੋ ਤੇ ਵਸ ਇਜ਼ ਦਾਸ, ਵਟ ਇਜ਼ ਦਿਸ, ਦਸ ਇਜ਼ ਆਈਨ ਬੂਸ, ਦਿਸ ਇਜ਼ ਅ ਬਸ। ਤੇ ਇੱਕ ਐਗਜ਼ਾਮਪਲ ਹੋਰ ਦੇਖ ਲਓ, ਵੇਅਰ ਕਮਟ ਹਾਊਸ ਇੰਡੀਅਨ, ਹੂ ਇਜ਼ ਫਰੋਮ ਇੰਡੀਆ, ਰਾਹੁਲ ਕਮਟ ਹਾਊਸ ਇੰਡੀਅਨ, ਰਾਹੁਲ ਇਜ਼ ਫਰੋਮ ਇੰਡੀਆ। ਔਰ ਜੇਕਰ ਅਸੀਂ ਕਿਸੇ ਚੀਜ਼ ਵਾਸਤੇ ਕੋਈ ਸੈਂਟੈਂਸ ਬਣਾਵਾਂਗੇ, ਵਸ ਈਸਟ ਗਰੋਜ਼, ਵਟ ਇਜ਼ ਬਿਗ, ਦਸ ਹਾਊਸ ਈਸਟ ਗਰੋਜ਼, ਦ ਹਾਊਸ ਇਜ਼ ਬਿਗ। ਇਹ ਜਸਟ ਤੁਹਾਨੂੰ ਦੱਸਣ ਵਾਸਤੇ ਸੀਗਾ ਕਿ ਕਿਸੇ ਪਰਸਨ ਔਰ ਕਿਸੇ ਚੀਜ਼ ਨੂੰ ਵੀ ਅਸੀਂ ਸਬਜੈਕਟ ਲੈ ਸਕਦੇ ਹਾਂ। ਠੀਕ ਹੈ, ਇੱਥੇ ਤੱਕ ਮੈਂ ਉਮੀਦ ਕਰਦਾ ਕਿ ਤੁਹਾਨੂੰ ਸੈਸ਼ਨ ਸਮਝ ਆ ਰਿਹਾ ਹੋਵੇਗਾ, ਨਹੀਂ ਤਾਂ ਤੁਸੀਂ ਵੀਡੀਓ ਸਟਾਪ ਕਰਕੇ ਦੁਬਾਰਾ ਵੀ ਦੇਖ ਸਕਦੇ ਹੋ। ਅੱਗੇ ਵਧਦੇ ਹਾਂ। ਦੇਖੋ ਮੈਂ ਇੱਥੇ ਦੁਬਾਰਾ ਤੋਂ ਆਰਟੀਕਲ ਟੇਬਲ ਲੈ ਲਿਆ। ਹੁਣ ਇੱਥੇ ਮੈਂ ਤੁਹਾਨੂੰ ਇੱਕ ਇੱਕ ਵਰਬ ਦੇ ਨਾਲ ਦੱਸਾਂਗਾ ਜੋ ਸਾਡੀ 4 ਵਰਬ ਸੀਗੀਆਂ। ਸਭ ਤੋਂ ਪਹਿਲੀ ਜਿਹੜੀ ਵਰਬ ਸੀਗੀ ਜ਼ਾਈਨ ਵਰਬ ਸੀਗੀ, ਜੋ ਤੁਹਾਨੂੰ ਮੈਂ ਸਟਾਰਟਿੰਗ ਵਿੱਚ ਦੱਸਿਆ ਸੀਗਾ। ਇਜ਼ ਐਮ ਆਰ ਹੁੰਦਾ ਹੈ ਜਿਹਦਾ ਮਤਲਬ ਟੂ ਬੀ ਵੀ ਹੁੰਦਾ ਹੈ। ਆਰਟੀਕਲ ਤੁਸੀਂ ਦੇਖ ਲਓ ਇੱਕ ਵਾਰ, ਭਾਵੇਂ ਦੁਬਾਰਾ ਮੈਂ ਇਹਨੂੰ ਰਿਪੀਟ ਨਹੀਂ ਕਰਾਂਗਾ। ਠੀਕ ਹੈ, ਤੇ ਅਸੀਂ ਹੁਣ ਦੇਖਾਂਗੇ ਐਗਜ਼ਾਮਪਲ 1 ਬਾਈ 1। ਹੁਣ ਇਹ ਚੀਜ਼ ਨੂੰ ਧਿਆਨ ਨਾਲ ਸਮਝਣਾ ਦੋਸਤੋ ਕਿ ਬੈਸਟਿਮਟ ਆਰਟੀਕਲ ਅਸੀਂ ਕਿੱਥੇ ਯੂਜ਼ ਕਰਦੇ ਹਾਂ ਤੇ ਉਨ ਬੈਸਟਿਮਟ ਕਿੱਥੇ ਕਰਦੇ ਹਾਂ। ਦੇਖੋ ਡੇਅਰ ਦਾ ਕੇਸ, ਅਗਰ ਮੈਂ ਮਾਸਕੂਲਿਨ ਦਾ ਮੈਂ ਐਗਜ਼ਾਮਪਲ ਲਾਂਗਾ, 10 ਇਜ਼ ਟੇਅਰ, ਟਿਸ਼, ਫੋਨ, ਹੋਜ਼, ਦਿਸ ਇਜ਼ ਦਾ ਟੇਬਲ ਆਫ ਫੂਡ। ਇਹ ਇੱਕ ਲੱਕੜ ਦਾ ਟੇਬਲ ਹੈ। ਠੀਕ ਹੈ, ਇੱਥੇ ਮੈਂ ਮੈਂਸ਼ਨ ਕਰ ਰਿਹਾ ਕਿ ਇੱਕ ਟੇਬਲ ਤੇ ਹੈਗਾ ਹੀ ਹੈ, ਲੇਕਿਨ ਇਹ ਇੱਕ ਲੱਕੜ ਦਾ ਟੇਬਲ ਹੈ, ਪਲਾਸਟਿਕ ਦਾ ਨਹੀਂ ਹੈ ਨਾ ਕਿਸੇ ਹੋਰ ਮਟੀਰੀਅਲ ਦਾ ਹੈ, ਇਹ ਲੱਕੜ ਦਾ ਹੈ। ਤੇ ਜਦ ਅਸੀਂ ਕਿਸੇ ਚੀਜ਼ ਨੂੰ ਸਪੈਸੀਫਾਈ ਕਰ ਦਿੰਦੇ ਹਾਂ ਤੇ ਉਹੀ ਹੁੰਦਾ ਹੈ ਬੈਸਟਿਮਟ ਆਰਟੀਕਲ। ਠੀਕ ਹੈ, ਤੇ ਡੇਅਰ ਟਿਸ਼, ਇੱਥੇ ਡੇਅਰ ਟਿਸ਼ ਹੀ ਰਹੇਗਾ ਕਿਉਂਕਿ ਤੁਸੀਂ ਉੱਥੇ ਦੇਖ ਸਕਦੇ ਹੋ ਮਾਸਕੂਲਿਨ ਹੁੰਦਾ ਤੇ ਡੇਅਰ ਟਿਸ਼ ਜੋ ਕਿ ਉਹ ਲੱਕੜ ਦਾ ਬਣਿਆ। ਅੱਗੇ ਮੈਨੂੰ ਮੈਂਸ਼ਨ ਕੀਤਾ ਤੇ ਡੇਅਰ ਆਏਗਾ। ਹੁਣ ਮੰਨ ਲਓ ਕਿ ਮੈਂ ਇਹਨੂੰ ਉਨ ਬੈਸਟਿਮਟ ਦੇ ਅੰਦਰ ਬਣਾਉਣਾ ਹੋਏਗਾ, ਮੈਂ ਇੱਥੇ ਲਿਖਿਆ ਹੈ ਦਸ ਇਜ਼ ਆਈਨ ਟਿਸ਼, ਦਿਸ ਇਜ਼ ਆਰ ਟੇਬਲ। ਹੁਣ ਇੱਥੇ ਮੈਂ ਕੋਈ ਮੈਂਸ਼ਨ ਨਹੀਂ ਕੀਤਾ ਕਿ ਇਹ ਟੇਬਲ ਲੱਕੜ ਦਾ ਹੈ ਜਾਂ ਪਲਾਸਟਿਕ ਦਾ ਹੈ ਜਾਂ ਲੋਹੇ ਦਾ ਹੈ, ਨਹੀਂ ਲਿਖਿਆ। ਤੇ ਡੇਅਰ ਦੇ ਥੱਲੇ ਹੁੰਦਾ ਹੈ ਆਈਨ, ਤੇ ਇਸ ਕਰਕੇ ਟਿਸ਼ ਦਾ ਜੋ ਆਰਟੀਕਲ ਡੇਅਰ ਸੀਗਾ ਉਹ ਇੱਥੇ ਬਣ ਗਿਆ ਹੁਣ ਆਈਨ। ਤੇ ਇਹੀ ਕਨਸੈਪਟ ਹੁੰਦਾ ਹੈ ਕਿ ਜਦ ਬੈਸਟਿਮਟ ਆਰਟੀਕਲ ਲਗਾਓਗੇ ਤੇ ਤੁਹਾਨੂੰ ਮੈਂਸ਼ਨ ਕਰਨਾ ਪਏਗਾ ਕਿਸੇ ਚੀਜ਼ ਨੂੰ, ਔਰ ਅਗਰ ਉਨ ਬੈਸਟਿਮਟ ਲਗਾਓਗੇ ਤਾਂ ਇੱਕ ਜਨਰਲ ਚੀਜ਼ ਹੋਏਗੀ, ਇੱਕ ਜਨਰਲ ਗੱਲ ਹੋਏਗੀ। ਇਹ ਹੋ ਗਿਆ ਮਾਸਕੂਲਿਨ। ਫੈਮਿਨਿਨ ਦੇਖਦੇ ਹਾਂ। ਦੇਖੋ 10 ਇਜ਼ ਟੀ ਲੈਂਪ ਆਫ ਔਨ ਫਿਲਿਪਸ, ਦਿਸ ਇਜ਼ ਅ ਲੈਂਪ ਆਫ ਫਿਲਿਪਸ, ਇਹ ਇੱਕ ਕੰਪਨੀ ਦਾ ਲੈਂਪ ਹੈਗਾ ਤੇ ਹੋ ਗਿਆ ਡੀ ਫੈਮਿਨਿਨ। ਔਰ ਅਗਰ ਅਸੀਂ ਇੱਕ ਜਨਰਲ ਗੱਲ ਕਰਾਂਗੇ 10 ਇਜ਼ ਆਈਨ ਅ ਲੈਂਪ, ਦਿਸ ਇਜ਼ ਅ ਲੈਂਪ, ਇਹ ਕਿਸੇ ਵੀ ਕੰਪਨੀ ਦਾ ਹੋ ਸਕਦਾ ਹੈ, ਯਾਨੀ ਉਨ ਬੈਸਟਿਮਟ ਆਰਟੀਕਲ, ਇਨਡੈਫੀਨਿਟ ਆਰਟੀਕਲ। ਠੀਕ ਹੈ, ਨਾਲ ਦੇ ਨਾਲ ਤੁਸੀਂ ਉੱਪਰ ਜਿਹੜਾ ਹੈਗਾ ਆਰਟੀਕਲ ਟੇਬਲ ਦੇਖਦੇ ਜਾਓ, ਤੁਹਾਨੂੰ ਬੜੇ ਆਸਾਨੀ ਦੇ ਨਾਲ ਸਮਝ ਆਉਂਦਾ ਜਾਏਗਾ। ਤੇ ਇਹ ਡੇਅਰ ਔਰ ਡੀ ਹੋ ਗਿਆ ਤੁਹਾਡਾ ਮਾਸਕੂਲਿਨ ਔਰ ਫੈਮਿਲਿਨ। ਅਗਲਾ ਦੇਖਦੇ ਹਾਂ ਨੋਇਤਰੂਮ ਕੀ ਹੁੰਦਾ ਹੈ। 10 ਇਜ਼ 10 ਬਿਲਡ ਫॉन ਤਾਜ ਮਹਿਲ, ਦਿਸ ਇਜ਼ ਦਾ ਫੋਟੋ ਆਫ ਤਾਜ ਮਹਿਲ। ਇਹ ਇੱਕ ਫੋਟੋ ਹੈ ਲੇਕਿਨ ਤਾਜ ਮਹਿਲ ਦੀ ਫੋਟੋ ਹੈ, ਮੈਨੂੰ ਸਪੈਸੀਫਾਈ ਕਰ ਦਿੱਤਾ ਤੇ 10 ਬਿਲਡ। ਹੁਣ ਜੇ ਮੈਂ ਜਨਰਲ ਗੱਲ ਕਰਾਂਗਾ 10 ਇਜ਼ ਆਈਨ ਬਿਲਡ, ਦਿਸ ਇਜ਼ ਅ ਫੋਟੋ, ਲੇਕਿਨ ਕਿਹਦੀ ਹੈ ਕੁਛ ਨਹੀਂ ਪਤਾ, ਜਸਟ ਇੱਕ ਫੋਟੋ ਹੈ। ਤੇ 10 ਦੇ ਥੱਲੇ ਆ ਗਿਆ ਆਈਨ, ਯਾਨੀ ਕਿ ਇਹ ਹੋ ਗਿਆ ਤੁਹਾਡਾ ਨਿਊਟਰਲ ਜਾਂ ਨੋਇਤਰੂਮ। ਹੁਣ ਅਸੀਂ ਇੱਕ ਐਗਜ਼ਾਮਪਲ ਹੋਰ ਦੇਖ ਲੈਂਦੇ ਹਾਂ ਪਲੂਰਾਲ ਦੇ ਕੇਸ ਦਾ। ਜ਼ੀਜ਼ ਇਨ ਟੀ ਫਲੈਸ਼ਨ ਫॉन ਪਲਾਸਟਿਕ, ਦੀਜ਼ ਆਰ ਦੀ ਬੋਟਲਸ ਆਫ ਪਲਾਸਟਿਕ। ਤੇ ਮੈਂ ਮੈਂਸ਼ਨ ਕੀਤਾ ਹੈ ਕਿ ਕਿਸ ਮਟੀਰੀਅਲ ਦੀ ਬਣੀ ਹੋਈ ਹੈ, ਤੇ ਇਹ ਹੋ ਗਿਆ ਤੁਹਾਡਾ ਪਲੂਰਾਲ ਦੇ ਕੇਸ ਵਿੱਚ ਬੈਸਟਿਮਟ ਆਰਟੀਕਲ। ਹੁਣ ਜੇ ਤੁਸੀਂ ਪਲੂਰਾਲ ਦੇ ਥੱਲੇ ਦੇਖੋ ਡੀ ਦੇ ਥੱਲੇ ਉਨ ਬੈਸਟਿਮਟ ਆਰਟੀਕਲ ਕੁਝ ਹੁੰਦਾ ਨਹੀਂ ਹੈ, ਲੇਕਿਨ ਉਹਦਾ ਸੈਂਟੈਂਸ ਅਸੀਂ ਬਣਾ ਸਕਦੇ ਹਾਂ ਵਿਦਆਊਟ ਆਰਟੀਕਲ। ਜ਼ੀਜ਼ ਇਨ ਫਲੈਸ਼ਨ, ਦੀਜ਼ ਆਰ ਬੋਟਲਸ। ਤੇ ਦੋਸਤੋ ਇਹ ਸੀਗੀ ਪਹਿਲੀ ਵਰਬ ਜ਼ਾਈਨ ਨੋਮੀਨੇਟਿਵ ਕੇਸ ਦੀ। ਤੁਸੀਂ ਮਾਸਕੂਲਿਨ, ਫੈਮਿਨਿਨ, ਨੋਇਤਰੂਮ ਤੇ ਪਲੂਰਾਲ ਦੇ ਐਗਜ਼ਾਮਪਲ ਦੇਖੇ। ਇੱਕ ਬੈਸਟਿਮਟ ਆਰਟੀਕਲ, ਇੱਕ ਉਨ ਬੈਸਟਿਮਟ ਆਰਟੀਕਲ। ਜਿੱਥੇ ਕੋਈ ਚੀਜ਼ ਮੈਂਸ਼ਨ ਕਰ ਰਹੇ ਹੋ ਉਹ ਬੈਸਟਿਮਟ ਆਰਟੀਕਲ ਹੈ, ਜਿੱਥੇ ਤੁਸੀਂ ਜਨਰਲ ਗੱਲ ਕਰ ਰਹੇ ਹੋ ਤੇ ਉਹ ਹੋ ਗਿਆ ਉਨ ਬੈਸਟਿਮਟ ਆਰਟੀਕਲ।
ਹੁਣ ਅਸੀਂ ਕੰਟੀਨਿਊ ਕਰਦੇ ਹਾਂ ਦੋਸਤੋ, ਤੇ ਹੁਣ ਮੈਂ ਤੁਹਾਨੂੰ ਦੱਸ ਦਾਂਗਾ ਕਿ ਨੈਗੇਟਿਵ ਸੈਂਟੈਂਸ ਕਿਸ ਤਰ੍ਹਾਂ ਬਣਾਏ ਜਾਂਦੇ ਨੇ। ਇੱਕ ਥੱਲੇ ਪੋਰਸ਼ਨ ਮੈਂ ਹੋਰ ਐਡ ਕਰ ਦਿੱਤਾ ਹੈ, ਤੁਸੀਂ ਦੇਖੋ। ਨੈਗੇਟਿਵ मास्कुलिन काइन, फेमिनिन काइन, नॉइट्रुम काइन और प्लूराल फिर तो हो जाएगा काइन। मास्कुलिन केस में देखो, जे असी गल करिए एयर इज काइन लेयर, ही इज़ नॉट अ लेयर। फैमिनिन केस में देखो, जी इज काइन अ पिलोटिन, शी इज़ नॉट अ पायलट। ए फीमेल पायलट होएगा दोस्तों। तुहानूं पता है कि प्रोफैशनस के पिछे जब असी एक्सट्रा IN या EN लगा देने तो असी फीमेल प्रोफैशन की गल करते हैं, ठीक है। तो फैमिनिन डी होंदा है, जो कि हुण नैगेटिव आर्टिकल है, तो डी के थल्ले तुसीं की देख रहे हो काइन। नॉइट्रुम देखो, दस इज़ काइन बुक, दिस इज़ नॉट अ बुक, यह किताब नहीं है। और प्लूराल के केस में देख लेने, दस इन काइन ब्यूशर, दीज आर नॉट बुक्स, यह किताबां नहीं ने। तो तुसीं नॉमिनेटिव दे विच नैगेटिव आर्टिकल भी यूज़ कर सकते हो। तुहानूं यह याद करना पएगा टेबल, मास्कुलिन काइन, फैमिनिन काइन, नॉइट्रुम काइन, प्लूराल फिर तो काइन। और थल्ले मैं एग्जाम्पल तुहाडी नॉलेज वास्ते लिखे ने, तुसीं एग्जाम्पल खुद भी बना सकते हो। हुण कंटिन्यू करते हैं, असीं देखते हैं जिहड़ी बाकी दी साडी नॉमिनेटिव वर्ब सीगियां। हाइजन जिहनूं बोलदे हैं टू बी कॉल्ड, वैडन टू बिकम होंदा है। ब्लाइबन का मतलब होंदा टू स्टे, जो तुसीं पहलां देखिया सीगा। पहला एग्जाम्पल देखते हैं दोस्तों, जी हाइस्ट सांड्रा, शी इज़ सैंड्रा, यानी कि उन्होंने सैंड्रा के नाम तो बुलाया जाता है। तो यह भी तुहाडी एक नॉमिनेटिव वर्ब है। दूसरा एग्जाम्पल देखो, मिशाइल विड 20 ईयर ओल्ड, माइकल विल बिकम 20 ईयर्स ओल्ड, ठीक है। किसी चीज़ का होना, बिकम, जो मैं तुहानूं पहले दस्सिया सीगा, वो भी होंदी है तुहाडी नॉमिनेटिव वर्ब। अच्छा दोस्तों, एक तुहानूं मैं टिप होर दांगा। देखो, असी इंग्लिश बोलते हैं माइकल, लेकिन जर्मन च असी बोलांगे मिशाइल, ठीक है। इस चीज़ का ध्यान रखना है। और जी साडी चौथी वर्ब सीगी ब्लाइबन, उसका एक एग्जाम्पल देखो, जी ब्लाइबन होइटे सू हाउज़र, दे विल स्टे एट होम टुडे। तो दोस्तों यह सीगा इत्थे तक दा सैशन नॉमिनेटिव केस का। स्टार्टिंग विच तुसीं देखे सीगे बेस्टिम्ड और उनबेस्टिम्ड के एग्जाम्पल, फिर तुसीं काइना वाला देखा पार्ट, नैगेटिव आर्टिकल, और इस स्लाइड के उत्ते तुसीं देखा जी बाकी दी 3 वर्ब्स हैगियां, हाइजन, वैडन और ब्लाइबन दे नाल सेंटेंस किस तरह बनाए जाते हैं। हुण कंटिन्यू करांगे। हुण असीं देखांगे कि आकूजाटिव केस की हुंदा है और नॉमिनेटिव तो अलग किस तरह हुंदा है। देखो जी, वट इज़ आकूजाटिव, आकूजाटिव केस की हुंदा है, ये पॉइंट देखो वन बाय वन। द आकूजाटिव इज़ द सैकेंड केस इन जर्मन लैंग्वेज, यह जर्मन भाषा का दूसरा केस हुंदा है नॉमिनेटिव तो बाद। सैकेंड पॉइंट देखो, इन आकूजाटिव केस द सब्जैक्ट इज़ ऑलवेज नॉमिनेटिव, ठीक है। यह ध्यान रखना है कि आकूजाटिव केस के अंदर जो भी सब्जैक्ट होंदे ने वो नॉमिनेटिव होणगे। थर्ड पॉइंट देखो, आकूजाटिव केस ऑलवेज यूज आकूजाटिव वर्ब्स एंड आकूजाटिव प्रैपोजिशंस ओनली। जिस तरह मैं तुहानूं पहलां दस्सिया सीगा कि नॉमिनेटिव दे विच नॉमिनेटिव वर्ब्स की असीं वरतों करांगे, लेकिन आकूजाटिव दे विच आकूजाटिव वर्ब्स ते प्रैपोजिशन। चौथा पॉइंट देखो, इन आकूजाटिव केस वी यूज़ सब्जैक्ट, वर्ब ते ऑब्जैक्ट। दोस्तों इत्थे हुण मेन फर्क आ जाता है। जिस तरह मैं तुहानूं पहले दस्सिया सीगा कि नॉमिनेटिव के अंदर सिर्फ सब्जैक्ट और वर्ब होंदी है, लेकिन आकूजाटिव केस दे विच सब कुछ सेम रहेगा, लेकिन इहदे उत्ते हुण एक अलग तो ऑब्जैक्ट आ जाता है। जिस तरह ही ऑब्जैक्ट आ जाएगा यानी वो आकूजाटिव केस बन गया। तो यह 4 पॉइंट्स नूं अपने दिमाग दे विच रख के चलना, ताकि जब मैं अगे जाके तुहानूं एग्जाम्पल दसांगा तुहानूं समझ आ जाएगा कि आकूजाटिव केस की हैगा ते नॉमिनेटिव तो किस तरह लगा है। जिहड़ा 4th नंबर का पॉइंट है वो फॉर्मूला हैगा, उन्होंने याद कर लो, सब्जैक्ट, वर्ब और ऑब्जैक्ट वाला। हुण असीं कंटिन्यू करते हैं दोस्तों। इत्थे तुसीं एक बार दोबारा देख लो, 2 आर्टिकल टेबल ने। उपर वाला हैगा नॉमिनेटिव, जो तुसीं पहला भी देखिया सीगा, उन्होंने मैं रिपीट नहीं करांगा। थल्ले वाला टेबल हैगा आकूजाटिव का, सिर्फ इक्को ही चेंज तुहानूं मिलेगा, वो है तुसीं मास्कुलिन जे उत्ते देखो डेर हैगा, आकूजाटिव दे विच डेन हो जाता है, और मास्कुलिन उनबेस्टिम्ड जिहड़ा हुंदा है वो आइन हुंदा है, और उनबेस्टिम्ड आकूजाटिव केस बन जाएगा आइनन। बाकी सारा का सारा टेबल रहेगा सेम, कोई फर्क नहीं हैगा, बस यही एक चेंज होंदा है नॉमिनेटिव और आकूजाटिव दे विच। सेंटेंसिस बनाने तो पहले मैं तुहानूं एक बार दोबारा दसना चाहता सी कि तुहानूं इत्थे आर्टिकल टेबल देख के फ़र्क पता लग जाए। मास्कुलिन नूं छड्ड के बाकी सब सेम है। ओके दोस्तों, हुण मैं तुहानूं जो चीज़ दसांगा इनूं जरा ध्यान नाल समझना। इत्थे देखो, मैं तुहानूं एक डायग्राम के थ्रू, एक फोटो के थ्रू समझावांगा, तुहानूं समझ आ जाएगा। इत्थे एक फोटो है एक बच्चे की, वो बच्चा देख रहा है एक ऑब्जैक्ट जो हैगा एक जानवर, एक ज़ेबरा, ठीक है। तो इस केस दे विच बच्चा हो गया सब्जैक्ट, वो की कर रहा है, वर्ब आ जाएगी, वो देख रहा है, और किसनूं देख रहा है, ठीक है, यानी कि तुहाडा एक ऑब्जैक्ट। तो आकूजाटिव केस दे विच एक सैकेंड चीज़ ऐड हो जाती है, सब्जैक्ट, वर्ब ते ऑब्जैक्ट। हुण तुसीं देखो एग्जाम्पल दे राही, नॉमिनेटिव हो गया सब्जैक्ट तुहाडा 10 सेकंड, वो की कर रहा है बच्चा, वो देख रहा है, यानी जेहन, जेहन वर्ब होंदा देखना, वो कॉन्जुकेट हो गई 10 सेकंड दे नाल, बन गया जीट,
और आकूजाटिव जिहड़ा ऑब्जेक्ट हैगा das Zebra, ठीक है। तो सेंटेंस की बनया das Kind sieht das Zebra, द चाइल्ड सीज द zebra। तो सब्जेक्ट हो गया, वर्ब हो गई और ऑब्जेक्ट हो गया। यही आकूजाटिव केस होंदा है दोस्तों। इनू तुसी सेंटेंस नू रिवर्स भी कर सकते हो, जिस तरह मान लो जिहड़ा ऑब्जेक्ट zebra सीगा उन्होंने मैं सब्जेक्ट बना दिता, जेन वर्ब सेम रहेगी और जो das Kind पहला सब्जेक्ट सीगा वो हुण इत्थे बन गया ऑब्जेक्ट। das Zebra सीट das Kind, द zebra सीज द चाइल्ड। कॉन्सैप्ट दोनों भी सेम है, जिस तरह मर्जी तुसी लगाओ, बस तुहानूं पता होना चाहिए कि आकूजाटिव दे विच सब्जेक्ट वर्ब दे नाल एक ऑब्जेक्ट आ जाता है। हुण थोड़ा अगे चलते हैं, हुण मैं तुहानूं डिटेल में दसांगा कुछ होर एग्जाम्पल्स के थ्रू। देखो यह टेबल मैं दोबारा ले लेने, उपर वाला नॉमिनेटिव टेबल, थले वाला आकूजाटिव टेबल। हुण असीं एग्जाम्पल देखांगे वन बाय वन। देखो जी, सब तो पहले असीं गल करेंगे मास्कुलिन केस की, ठीक है। आकूजाटिव टेबल तुसीं नाल नाल देखते रहना। इत्थे एक वर्ब लिती मैं फिंडन, वी फिंडन जी डेन टिश। हुण डेयर टिश होंदा है, मैस्कुलिन होंदा है, हुण जो कि एक आकूजाटिव वर्ब है तो डेयर का कन्वर्ट हो गया डेन दे विच। हाउ डू यू फाइंड द टेबल, तो मैं इत्थे आंसर करांगा इश फिंडन डेन टिश बिलिश, आई फाइंड द टेबल चीप। यह हो गया मास्कुलिन केस दे विच। फैमिलिन देखते हैं, फिंडन सेम वर्ब मैं ले ली, वी फिंडस दू डी ईमेल, हाउ डू यू फाइंड द ईमेल, इश फिंडर डी ईमेल इंटरेसांट, आई फाइंड द ईमेल इंटरस्टिंग। तो आर्टिकल टेबल तुसीं नाल नाल देखते रहो थले। हुण असीं देखते हैं नॉयत्रुम के केस दे विच, न्यूट्रल जिन्हों असीं बोलते हैं, फिंडन सेम वर्ब। क्वेश्चन बनया वी फिंडन सी दास बुक, हाउ डू यू फाइंड द बुक, इश फिंडर दास बुक सेयर langweilig, आई फाइंड द बुक वेरी बोरिंग। और प्लूरल के केस विच असीं देख लेने हैं, वी फिंडन सी डी हॉइजर, हाउ डू यू फाइंड द हाउसेस, इश फिंडर दी हॉइजर सेयर ग्रोस, आई फाइंड द हाउसेस वेरी बिग। तो यह सारी सेंटेंसिस दे विच तुसीं देखो दोस्तों कि सब्जेक्ट के नाल नाल एक ऑब्जेक्ट भी हैगा, तो ऑब्जेक्ट आ गया तो अपने आप वो बन गया आकूजाटिव केस। नाल दे नाल तुसीं टेबल देखा होएगा, इनू तुसीं याद कर लो, कंसैप्ट तुहाडे दिमाग विच बैठ गया तो सेंटेंस तुसीं बना सकते हो। हुण कंटिन्यू करते हैं, हुण असीं देख लेने हैं सेम आर्टिकल टेबल नू कैरी फॉरवर्ड करके। हुण असीं देखांगे उनबेस्टिम्ड आर्टिकल दे एग्जाम्पल, ठीक है जी। इत्थे मैं लिखिया मास्कुलिन केस दे विच वॉज श्राइब्ड डेन मान वट द मैन इज़ राइटिंग। हुण श्राइबन एक साडी आकूजाटिव वर्ब हुंदी है, डेयर मान हुंदा है बट वो कन्वर्ट कर देगा डेन मान दे विच। वट द मैन इज़ राइटिंग, डेयर मान श्राइब्ड आइनन ब्रीफ, अ मैन राइटिंग अ लेटर, ठीक है जी। तो आ गया आइनन हो जाएगा, ठीक है। फैमिलिन विच देखते हैं, वॉज काउफ्ड डी फ्राउ वट द लेडी इज़ परचेजिंग या बाइंग, औरत की खरीद रही है। द फ्राउ काउफ्ड आइन लैंप, द लेडी इज़ परचेजिंग अ लैंप, एक लेडी जो है एक लैंप नू परचेज कर रही है या खरीद रही है। तो लैंप हुंदा है तुहाडा फैमिनिन, तो बन गया आइन लैंप। हुण असीं देख लें नॉयत्रुम के केस दे विच, जिन्हों असीं नितुराल भी बोलते हैं दोस्तों। क्वेश्चन बनया वस लीस्ट डेयर मान, वो परसन या वो आदमी की पढ़ रहा है। वट द मैन इज़ रीडिंग, डेयर मान लीस्ट आइन बुक, द मैन इज़ रीडिंग अ बुक, वो जो परसन है वो एक किताब पढ़ रहा है। तो दोस्तों यह सीगी स्लाइड दे विच उनबेस्टिम्ड आर्टिकल दे नाल एग्जाम्पल्स, ठीक है। तुहानूं बस आर्टिकल टेबल याद करने हैं, कॉन्सैप्ट नूं दिमाग विच बिठाना है, तो सेंटेंसिस नूं तुसीं बड़े आराम नाल बना सकते हो। एक बार मैं थोड़ा समराइज फॉर्म दे विच दस देना, जिहड़ा नॉमिनेटिव केस हुंदा है उहदे विच सब्जेक्ट और वर्ब होंदी है। आकूजाटिव केस दे विच सब्जेक्ट वर्ब और एक ऑब्जेक्ट आ जाता है, और आर्टिकल टेबल तुहानूं नाल दे नाल पता होने चाहिए है। तो यह सीगा अज दा एक सैशन दोस्तों, मैं तुहानूं नॉमिनेटिव और आकूजाटिव एक ही वीडियो के अंदर दस दिता ताकि तुहानूं प्रॉब्लम ना होए। तो दोस्तों अखीर दे विच बोलांगा थैंक यू वेरी मच, तुहाडा बहुत बहुत धन्नवाद जे तुसीं पूरा वीडियो देखिया समझिया। अपने कमेंट जरूर दिओ, फीडबैक जरूर दिओ, मैनूं बड़ी खुशी होंदी है कि तुसीं वीडियोज़ नूं देख रहे हो, रिस्पॉन्स कर रहे हो, दूजिਆਂ ਨੂੰ भी रिकमेंड करो, क्योंकि पंजाबी चैनल शायद तुहानूं किते होर देखण नूं ना मिल भी सकता है, बट मेरी पूरी कोशिश हैगी है कि तुहानूं अच्छे तरीके नाल समझावां। मेरा एक हिंदी का भी चैनल हैगा दी जर्मन मैंटोर के नाम तो, वो भी सबसक्राइब कर लो, ਉਹਦੇ ਉੱਤੇ ਤੁਹਾਨੂੰ ज़्यादा कंटेंट मिलेगा, ਉਹਦੇ ਤੇ बहुत सारे वीडियोज़ ने, ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ। ਉਹਨੂੰ ਵੀ ਸਪੋਰਟ ਕਰੋ, ਉਹਨੂੰ ਵੀ ਰਿਕਮੈਂਡ ਕਰੋ, ਅੱਗੇ ਦੱਸੋ ਲੋਕਾਂ ਨੂੰ। ਤੇ ਜੇ ਤੁਸੀਂ ਜਰਮਨ ਸਿੱਖਣਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ, ਜਤਿੰਦਰ ਸਿੰਘ ਮੇਰਾ ਨਾਮ ਹੈ, ਤੇ ਮੈਂ ਤੁਹਾਨੂੰ ਕੰਟੈਕਟ ਕਰਾਂਗਾ ਦੋਸਤੋ, ਠੀਕ ਹੈ। ਅਖੀਰ ਦੇ ਵਿੱਚ ਬੋਲਾਂਗਾ ਆਪਣਾ ਧਿਆਨ ਰੱਖਣਾ, ਸੇਫ ਰਹਿਣਾ, ਜਰਮਨ ਪੜ੍ਹਦੇ ਰਹਿਣਾ, ਪੰਜਾਬੀ ਜਰਮਨ ਮੈਂਟੋਰ ਤੇ ਹਿੰਦੀ ਚੈਨਲ ਵੀ ਦੀ ਜਰਮਨ ਮੈਂਟੋਰ। ਤੇ ਮੈਂ ਮਿਲਾਂਗਾ ਤੁਹਾਨੂੰ ਹੁਣ ਨੈਕਸਟ ਵੀਡੀਓ ਦੇ ਵਿੱਚ। और जर्मन विच बोलांगा दोस्तों, danke schön, auf Wiedersehen, tschüss।